ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਪਾਸ ਕੀਤੇ ਗਏ ਸੀ ਔਰ ਉਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਪੰਜਾਬ ਤੋਂ ਸ਼ੁਰੂ ਹੋਇਆ ਸੰਘਰਸ਼ ਦੁਨੀਆ ਭਰ ਤੱਕ ਪਹੁੰਚਿਆ। ਦਿੱਲੀ ਦੇ ਬਾਰਡਰਾਂ ਤੇ ਜਾ ਕੇ ਲਗਾਤਾਰ 1 ਸਾਲ ਤੋਂ ਵੱਧ ਸਮਾਂ ਕਿਸਾਨਾਂ ਨੇ ਸੰਘਰਸ਼ ਲੜਿਆ ਔਰ ਅਖੀਰ ਮੋਦੀ ਸਰਕਾਰ ਨੂੰ ਗੋਡੇ ਟੇਕਣੇ ਪਏ ਔਰ ਸੰਘਰਸ਼ ਦੀ ਜਿੱਤ ਹੋਈ। ਔਰ ਇਸ ਅੰਦੋਲਨ ਨੂੰ ਚਲਾਉਣ ਵਾਲੇ ਉਹ ਜਿਹੜੇ ਜਾਗਦੇ ਮੱਥਿਆਂ ਵਾਲੇ ਦਿਮਾਗ ਸੀ, ਜਦੋਂ ਉਹ ਅੰਦੋਲਨ ਦੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵਾਪਸ ਮੁੜੇ ਤਾਂ ਪੰਜਾਬ ਔਰ ਵੱਖ-ਵੱਖ ਥਾਵਾਂ ਤੇ ਲੋਕਾਂ ਨੇ ਉਹਨਾਂ ਨੂੰ ਪਲਕਾਂ ਤੇ ਬਿਠਾ ਕੇ ਉਹਨਾਂ ਦੀ ਜਿੱਤ ਦੇ ਜਸ਼ਨ ਮਨਾਏ। ਅੱਜ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਚੱਕ ਛੱਪੜੀਵਾਲਾ ਵਿਖੇ ਪੰਚਾਇਤ ਵੱਲੋਂ ਪਿੰਡ ਦੇ ਸਮੂਹ ਲੋਕਾਂ ਵੱਲੋਂ ਇੱਕ ਸਨਮਾਨ ਸਮਾਰੋਹ ਤਹਿਤ ਇੱਕ ਸਮਾਗਮ ਕਰਕੇ ਜਿਹੜੇ ਜ਼ਿਲ੍ਹੇ ਫਾਜ਼ਿਲਕਾ ਨਾਲ ਸੰਬੰਧਿਤ ਕਿਸਾਨ ਆਗੂ ਵੱਖ-ਵੱਖ ਜਥੇਬੰਦੀਆਂ ਦੇ ਇਸ ਮੋਰਚੇ ਤੇ ਡਟੇ ਰਹੇ, ਉਹਨਾਂ ਨੇ ਜਿੱਤ ਪ੍ਰਾਪਤ ਕਰਨ ਵਿੱਚ ਮੋਹਰੀ ਰੋਲ ਅਦਾ ਕੀਤਾ, ਆਗੂ ਦੀ ਭੂਮਿਕਾ ਨਿਭਾਈ, ਉਹਨਾਂ ਦਾ ਅੱਜ ਜਿਹੜਾ ਹੈ ਸਨਮਾਨਿਤ ਕੀਤਾ ਜਾ ਰਿਹਾ ਹੈ। ਪਿੰਡ ਦੇ ਸਰਪੰਚ ਸਾਹਿਬ ਮੌਜੂਦ ਨੇ, ਪਿੰਡ ਦੇ ਆਗੂ ਨੇ ਕਾਮਟ ਹੰਸਰਾਜ ਗੋਲਡਨ, ਜਿਨ੍ਹਾਂ ਦੀ ਸਮੁੱਚੀ ਪੰਚਾਇਤ ਪਿੰਡ ਵਾਸੀਆਂ ਵੱਲੋਂ ਸਮਾਗਮ ਕਰਾਇਆ ਜਾ ਰਿਹਾ ਹੈ। ਉਹਨਾਂ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਸਮਾਗਮ ਜਿਹੜਾ ਹੈ ਉਹ ਕੀ ਸੋਚ ਕੇ ਕਰਵਾਇਆ ਜਾ ਰਿਹਾ ਹੈ। ਇਹ ਜੀ ਸਮਾਗਮ ਜਿਹੜਾ ਅੱਜ ਸੰਯੁਕਤ ਮੋਰਚਾ ਦਿੱਲੀ ਦੇ ਵਿੱਚ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ, ਉਸ ਸੰਬੰਧ ਵਿੱਚ ਅੱਜ ਗ੍ਰਾਮ ਪੰਚਾਇਤ ਚੱਕ ਛੱਪੜੀਵਾਲਾ ਤੇ ਨਾਲ ਜਿਹੜੇ ਸਮੂਹ ਪਿੰਡ ਵਾਸੀ ਉਹਨਾਂ ਨੇ ਰਲ ਕੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਨੇ ਲੜਾਈ ਲੜੀ, ਅਗਵਾਈ ਕੀਤੀ ਉੱਥੇ, ਖਾਸ ਕਰਕੇ ਸਾਡੇ ਜ਼ਿਲ੍ਹੇ ਫਾਜ਼ਿਲਕਾ ਦੇ ਵਿੱਚ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਨੇ ਪਰ ਸੰਯੁਕਤ ਮੋਰਚੇ 'ਚੋਂ ਸ਼ਾਮਲ ਨੇ, ਉਹਨਾਂ ਸਾਰਿਆਂ ਸਾਥੀਆਂ ਨੂੰ ਬੁਲਾ ਕੇ ਇੱਥੇ ਜਿਹੜਾ ਉਹਨਾਂ ਨੂੰ ਸਨਮਾਨਿਤ ਕਰੀਏ, ਕਿਉਂਕਿ ਉਹਨਾਂ ਵਿੱਚ ਉਤਸ਼ਾਹ ਹੋਰ ਵਧੇ, ਕਿਉਂਕਿ ਆਉਣ ਵਾਲੇ ਦਿਨਾਂ 'ਚ ਹੋਰ ਬੜੀਆਂ ਮੁਸ਼ਕਲਾਂ ਆਉਣੀਆਂ ਨੇ। ਉਸ ਮੁਸ਼ਕਲਾਂ ਨੂੰ ਇਹ ਹੋਰ ਵੀ ਵਧੀਆ ਚੰਗੇ ਢੰਗ ਨਾਲ ਜਿਹੜੀ ਸਰ ਕਰਨ, ਉਹਨੂੰ ਚੰਗੇ ਢੰਗ ਨਾਲ ਉਹਨੂੰ ਨਿਪਟਣ, ਕਿਉਂਕਿ ਮੋਦੀ ਇੱਕ ਇਹੋ ਜਿਹਾ ਸ਼ਾਸਕ ਸੀਗਾ ਜਿਹਨੇ ਆਪਦੇ ਰਾਜ ਦੇ ਵਿੱਚ ਜਿੰਨੇ ਵੀ ਲੋਕਾਂ ਨੇ ਲੜਾਈਆਂ ਲੜੀਆਂ ਨੇ, ਅੱਗੇ ਧਰਨੇ ਮੁਜ਼ਾਹਰੇ ਕੀਤੇ ਨੇ, ਉਹਨੇ ਕਿਸੇ ਦੀ ਕੋਈ ਗੱਲ ਨਹੀਂ ਸੁਣੀ। ਮਤਲਬ ਸਾਰਿਆਂ ਨੇ ਉਹਨੇ ਅੰਗੂਠਾ ਵਿਖਾਇਆ ਅਤੇ ਚੁੱਪ ਕਰਕੇ ਉਹਨੇ ਜੇ ਕਿਸੇ ਧਰਨਾ ਲਗਾਇਆ ਜਾਂ ਕੋਈ ਮੋਰਚਾ ਲਗਾਇਆ ਤਾਂ ਉਹਨੂੰ ਆਪਣੇ ਆਪ ਹੀ ਪੁੱਟਣਾ ਪਿਆ। ਇਹ ਪਹਿਲਾ ਮੋਰਚਾ ਹੈ ਕਿ ਜਿਹੜੇ ਸਾਡੇ ਖਾਸ ਕਰਕੇ ਪੰਜਾਬ ਨੂੰ ਇਹਦੀ ਗੱਲ ਜਾਂਦੀ ਹੈ, ਸਿਹਰਾ ਜਾਂਦਾ ਸਾਡਾ, ਜਿਹਦੇ ਸਾਡਾ ਫਾਜ਼ਿਲਕਾ ਦਾ ਵੀ ਹਿੱਸਾ ਬਰਾਬਰ 'ਤੇ ਹੈ ਕਿ ਇਹਨਾਂ ਚੰਗੇ ਢੰਗ ਨਾਲ ਉੱਥੇ ਅਗਵਾਈ ਕੀਤੀ ਹੈ ਅਤੇ ਮੋਦੀ ਨੂੰ ਆਖਰ ਇਹ ਮੰਨਣਾ ਪਿਆ, ਉਲਟਾ ਮਾਫੀ ਮੰਗਣੀ ਪਈ ਹੈ ਕਿ ਮੈਂ ਗਲਤੀ ਕੀਤੀ ਹੈ ਤਾਂ ਜਿੱਤ ਪ੍ਰਾਪਤ ਕੀਤੀ। ਅੱਗੇ ਤੋਂ ਇਸ ਤਰ੍ਹਾਂ ਦਾ ਹੋਰ ਵੀ ਕੋਈ ਇਸ ਤਰ੍ਹਾਂ ਕਰੇਗਾ, ਗਲਤ ਕਾਨੂੰਨ ਬਣਾਏਗਾ ਤਾਂ ਅਸੀਂ ਉਹਦੇ ਇਹ ਸਾਥੀ ਜਿਹੜੇ ਹੋਰ ਚੰਗੇ ਢੰਗ ਨਾਲ ਲੜਾਈ ਲੜ ਕੇ ਜਿੱਤਾਂ ਪ੍ਰਾਪਤ ਕਰਾਂਗੇ। ਹੁਣ ਅਸੀਂ ਗੱਲ ਕਰਵਾਉਂਦੇ ਹਾਂ ਉਹਨਾਂ ਆਗੂਆਂ ਦੇ ਨਾਲ ਜਿਨ੍ਹਾਂ ਨੇ ਮੋਹਰੀ ਰੋਲ ਅਦਾ ਕਰਦੇ ਆ ਇਸ ਅੰਦੋਲਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਸਾਡੇ ਨਾਲ ਆਗੂ ਮੌਜੂਦ ਨੇ, ਨਾਮ ਔਰ ਜਥੇਬੰਦੀ ਦਾ ਨਾਮ ਦੱਸ ਕੇ ਤੁਸੀਂ ਇਹ ਜ਼ਰੂਰ ਦੱਸਿਓ ਕਿ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਵੀ ਸੰਘਰਸ਼ ਲੜੇ ਹੋਣ। ਬੇਸ਼ੱਕ ਇਹ ਪੰਜਾਬ ਤੋਂ ਅੰਦੋਲਨ ਸ਼ੁਰੂ ਹੋਇਆ ਸੀ ਤੇ ਲੇਕਿਨ ਪੂਰੇ ਵਿਸ਼ਵ ਭਰ ਵਿੱਚ ਫੈਲ ਗਿਆ, ਜਿਹਦੇ ਵਿੱਚ ਇਕੱਲੇ ਕਿਸਾਨ ਹੀ ਨਹੀਂ, ਮਜ਼ਦੂਰ, ਕਲਾਕਾਰ, ਪੱਤਰਕਾਰ ਭਾਈਚਾਰਾ। ਬੇਸ਼ੱਕ ਅਸੀਂ ਗੋਦੀ ਮੀਡੀਆ ਨੇ ਜਿਹੜੇ ਉਹ ਚੈਨਲ ਸਰਕਾਰ ਵੱਲੋਂ ਖਰੀਦ ਲਏ ਗਏ ਸੀ, ਅੰਡਾਨੀਆਂ ਬਾਨੀਆਂ ਕਾਰਪੋਰੇਟ ਘਰਾਣਿਆਂ ਵੱਲੋਂ, ਲੇਕਿਨ ਤੁਸੀਂ ਜਿਹੜੇ ਪੱਤਰਕਾਰ ਖੜੇ ਆ, ਇਹ ਸੋਸ਼ਲ ਮੀਡੀਆ ਦੇ ਪੱਤਰਕਾਰ ਭਾਈਚਾਰੇ ਨੇ ਬਹੁਤ ਵੱਡਾ ਸਹਿਯੋਗ ਦਿੱਤਾ, ਕਲਾਕਾਰਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ। ਇਸੇ ਤਰ੍ਹਾਂ ਹੀ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਵੀ ਇਸ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਵਿਸ਼ਵ ਭਾਈਚਾਰਾ ਜਿਹੜਾ ਸੀ ਇਸ ਲਟੇਰਿਆਂ ਤੇ ਕਮੇਰਿਆਂ ਦੀ ਜਿਹੜੀ ਲੜਾਈ ਸੀ ਉਹਦੇ ਵਿੱਚ ਕਮੇਰਿਆਂ ਦਾ ਬਹੁਤ ਯੋਗਦਾਨ ਦਿੱਤਾ, ਜਿਹਦੇ ਕਰਕੇ ਅੱਜ ਮੋਦੀ ਵਰਗਾ ਜਿਹੜਾ ਢੀਠ ਪ੍ਰਧਾਨ ਮੰਤਰੀ ਹੈ ਉਹਨੂੰ ਜਿਹੜਾ ਅਖੀਰ ਨੂੰ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ। ਬਿਲਕੁਲ ਜਿੱਦ ਤੇ ਅੜਿਆ ਹੋਇਆ ਮੋਦੀ, ਉਸ ਨੂੰ ਅਖੀਰ ਤੇ ਕਿਸਾਨੀ ਅੰਦੋਲਨ ਅੱਗੇ ਆਪਣੇ ਗੋਡੇ ਟੇਕਣੇ ਪਏ। ਸਾਡੇ ਨਾਲ ਹੋਰ ਆਗੂ ਮੌਜੂਦ ਨੇ। ਜ਼ਰੂਰ ਮੈਂ ਫਿਰ ਇਹ ਕਹਾਂਗਾ ਕਿ ਆਪਣੀ ਜਥੇਬੰਦੀ ਦਾ ਨਾਂ, ਆਪਣਾ ਨਾਮ ਦੱਸ ਕੇ ਜ਼ਰੂਰ ਜਿਹੜਾ ਆਪਣੇ ਜ਼ਿੰਦਗੀ ਨਾਲ ਜੁੜੇ ਵਲਵਲੇ ਔਰ ਖਾਸ ਤੌਰ ਤੇ ਇਸ ਅੰਦੋਲਨ ਦੀ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਜ਼ਿੰਦਗੀ ਨਾਲ ਜੋੜ ਕੇ? ਪਹਿਲਾਂ ਵੀ ਸੰਘਰਸ਼ ਲੜੇ ਹੋਣਗੇ ਪਰ ਅੱਜ ਇਹ ਸੰਘਰਸ਼ ਜਿੱਤ ਤੇ ਅਸੀਂ ਆਏ ਹਾਂ ਤੇ ਕਿਵੇਂ ਦੇਖਦੇ ਹੋ? ਅਮਨਜੋਤ ਸਿੰਘ, ਬਲਾਕ ਪ੍ਰਧਾਨ ਜਲਾਲਾਬਾਦ, BKU ਏਕਤਾ ਸਿੱਧੂਪੁਰ। ਜ਼ਿੰਦਗੀ ਵੈਸੇ ਤਾਂ ਇੱਕ ਸੰਘਰਸ਼ ਹੈ, ਪਰ ਜਿਹੜਾ ਇਹ ਸੰਘਰਸ਼ ਸੀ ਇਹ ਆਪਦੇ ਤੋਂ ਨਹੀਂ, ਇਹ ਸਾਰੀ ਖਲਕਤ ਦੇ ਲਈ ਸੀਗਾ। ਉਸ ਦਾ ਇੱਕ ਅਗਵਾਈ ਕਰਨ ਦਾ ਸਮਾਂ ਮਿਲਿਆ, ਮੌਕਾ ਮਿਲਿਆ। ਅਸੀਂ ਆਪਦੇ ਆਪ ਨੂੰ ਧੰਨ ਸਮਝਦੇ ਹਾਂ ਕਿ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਉਣਾ ਮਿਲਿਆ। ਇੱਕ ਉਸ ਸ਼ਾਸਕ ਦੇ ਨਾਲ ਸਾਡੀ ਲੜਾਈ ਸੀ ਜਿਹੜਾ ਕਦੇ ਕਿਸੇ ਝੁਕਿਆ ਨਹੀਂ ਸੀ। ਅਖੀਰ ਉਸਨੇ ਇਹ ਕਹਿ ਕੇ ਕਾਨੂੰਨ ਰੱਦ ਕੀਤੇ ਕਿ ਮੈਂ ਮਾफ़ੀ ਮੰਗਣਾ ਚਾਹੁੰਦਾ ਕਿ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ। ਉਹ ਮਾफ़ੀ ਕਿਸਾਨਾਂ ਤੋਂ ਨਹੀਂ, ਮਾफ़ੀ ਉਸ ਕਾਰਪੋਰੇਟ ਘਰਾਣਿਆਂ ਤੋਂ, ਉਸ ਦੀ ਸੋਚ ਮੁਤਾਬਕ ਉਹ ਕਾਰਪੋਰੇਟ ਘਰਾਣਿਆਂ ਤੋਂ ਮਾफ़ੀ ਮੰਗ ਰਿਹਾ ਕਿ ਮੈਂ ਇਹਨਾਂ ਕਿਸਾਨਾਂ ਨੂੰ ਆਪਦੇ ਜਾਲ ਦੇ ਵਿੱਚ ਨਹੀਂ ਫਸਾ ਸਕਿਆ
ਤੇ ਉਹਨਾਂ ਦੀਆਂ ਜ਼ਮੀਨਾਂ ਤੁਹਾਨੂੰ ਨਹੀਂ ਲੈ ਕੇ ਦੇ ਸਕਿਆ, ਇਸ ਲਈ ਮੈਨੂੰ ਮਾਫ ਕੀਤਾ ਜਾਵੇ। ਇਸ ਲਈ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਸਾਰੇ ਵਰਗ ਦੇ, ਸਾਰੀ ਕਿਸਾਨੀ ਦੇ, ਮਜ਼ਦੂਰ ਵੀਰਾਂ ਦੇ, ਜਿਨ੍ਹਾਂ ਨੇ ਇੱਕ ਸਮੇਂ ਤੇ ਸਾਡੀਆਂ ਉੱਥੋਂ ਭੇਜੇ ਕਾਲਾਂ ਜਾਂ ਮੈਸੇਜਾਂ ਨੂੰ ਅੱਗੇ ਭੇਜ ਕੇ ਤੇ ਵੱਧ ਤੋਂ ਵੱਧ ਇਕੱਠ ਕੀਤਾ ਤੇ ਇਸ ਜੰਗ ਨੂੰ ਜਿੱਤਣ ਵਿੱਚ ਸਹਾਇਤਾ ਕਰਾਈ। ਕਿਸਾਨੀ ਜਵਾਨੀ ਦਾ ਸੁਮੇਲ ਸੀ, ਭਾਵੇਂ ਕਿਸਾਨ ਅੰਦੋਲਨ ਸੀ, ਕਿਸਾਨ ਆਗੂ ਵੀ ਜਿਹੜੇ ਪਹਿਲਾਂ ਸਾਥੀ ਬੋਲੇ ਨੇ, ਨੌਜਵਾਨ ਨੇ ਸਾਡੇ ਨਾਲ, ਹੋਰ ਨੌਜਵਾਨ ਹਰਭਜਨ ਛੱਪੜੀਵਾਲਾ ਨੇ, ਉਹ ਇਹ ਪੂਰਾ ਟਿਕਰੀ ਬਾਰਡਰ ਤੇ ਰਹੇ। ਜਵਾਨੀ ਦੀ ਉਮਰ ਵਿੱਚ ਉਹ ਆਲ ਇੰਡੀਆ ਯੂਥ ਫੈਡਰੇਸ਼ਨ ਵਿੱਚ ਵੀ ਕੰਮ ਕਰ ਰਹੇ ਨੇ, ਇਸ ਸੰਘਰਸ਼ ਦੇ ਵਿੱਚ ਵੀ ਮੋਹਰੀ ਰੋਲ ਅਦਾ ਕੀਤਾ। ਇਹਨੂੰ ਕਿਵੇਂ ਦੇਖਦੇ ਹੋ? ਇਹ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਤਜਰਬਾ ਸੀ ਉੱਥੇ, ਮੈਂ ਕਹਿ ਲਵਾਂ ਤੀਜੀ ਸਟੇਟ ਦੇ ਵਿੱਚ ਜਾ ਕੇ ਇੱਕ ਲੜਾਈ ਲੜਨਾ। ਤਾਂ ਇਸ ਸੰਘਰਸ਼ ਨੇ ਜਿਹੜਾ ਨੌਜਵਾਨ ਸੀ, ਚਾਹੇ ਉਹ ਵੱਡੀ ਉਮਰ ਦੇ ਸਾਥੀ ਸੀ, ਉਹਨਾਂ ਦਾ ਜਿਹੜਾ ਆਪਸੀ ਪਿਆਰ ਹੈ ਔਰ ਜਿਹੜਾ ਆਪਸੀ ਭਾਈਚਾਰਾ ਇਹਨੇ ਕਾਇਮ ਕੀਤਾ, ਆਪਸੀ ਭਾਈਚਾਰਕ ਸਾਂਝ ਜਿਹੜੀ ਕਾਇਮ ਕੀਤੀ ਇਸ ਅੰਦੋਲਨ ਨੇ, ਅਸੀਂ ਆਸ ਕਰਦੇ ਹਾਂ ਕੋਈ ਇਸੇ ਤਰ੍ਹਾਂ ਬਰਕਰਾਰ ਰਹੇਗੀ। ਬਹੁਤ ਕੁਝ ਸਿੱਖਣ ਨੂੰ ਮਿਲਿਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਲੜਾਈਆਂ ਹੋਰ ਵੀ ਹੋਣੀਆਂ ਨੇ, ਉਹਦੇ ਵਿੱਚ ਵੀ ਇਸੇ ਤਰ੍ਹਾਂ ਅਸੀਂ ਡਟ ਕੇ ਜਿਹੜਾ ਸਾਥ ਦਿੰਦੇ ਰਹਾਂਗੇ। ਬਜ਼ੁਰਗ ਆਗੂ ਨੇ, ਇੱਕ ਰਾਹ ਦਸੇਰਾ ਵੀ ਨੇ, ਔਰ ਖ਼ਾਸ ਤੌਰ ਤੇ ਮਾਸਟਰ ਬੂਟਾ ਸਿੰਘ, ਉਹ ਪਹਿਲਾਂ ਆਪਣੇ ਅਧਿਆਪਨ ਕਿੱਤੇ ਦੇ ਵਿੱਚ ਵੀ ਉਹਨਾਂ ਨੇ ਜ਼ਰੂਰ ਜਿਹੜਾ ਹੈ ਇਸ ਜਿਹੜਾ ਇਖਤਿਆਰ ਕੀਤਾ, ਔਰ ਅੱਜ ਇੱਕ ਨਵੇਂ ਰੂਪ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਆਏ। ਕਿਵੇਂ ਦੇਖਦੇ ਹੋ ਆਪਣੇ ਇਸ ਪੂਰੇ ਪੀਰੀਅਡ ਨੂੰ? ਪਹਿਲਾਂ ਤਾਂ ਜਿਵੇਂ ਠੇਠ ਪੰਜਾਬੀ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ। ਭਾਵੇਂ ਅਸੀਂ ਇੱਥੇ ਟਰੈਕ ਤੇ ਬੈਠੇ ਸੀ, ਰੇਲਵੇ ਸਟੇਸ਼ਨ ਤੇ ਬੈਠੇ ਸੀ, ਸਾਡੀਆਂ ਮੁਸ਼ਕਲਾਂ ਸਾਡੇ ਹੱਲ ਦੁਨੀਆ ਦੇ ਕੋਨੇ-ਕੋਨੇ ਤੇ ਲੈ ਗਿਆ। ਦੂਜਾ, ਮੈਂ ਆਪਣੇ ਵੱਲੋਂ ਤੁਹਾਡੇ ਰਾਹੀਂ ਮੈਂ ਛੱਪੜੀਵਾਲ ਦੇ ਵਸਨੀਕ ਦਾ, ਮੇਰੀਆਂ ਛੋਟੀਆਂ ਧੀਆਂ ਦਾ, ਬੱਚਿਆਂ ਦਾ, ਹਰੇਕ ਨੌਜਵਾਨ ਦਾ, ਉਹਨਾਂ ਦਾ ਬਹੁਤ ঋਣੀ ਹੈ। ਉਹ ਇੱਥੇ ਹੀ ਨਹੀਂ, ਮੇਰੇ ਕੋਲੇ ਉੱਥੇ ਇਹਨਾਂ ਦਾ ਟੈਂਟ ਬਿਲਕੁਲ ਸਾਡੇ ਨਾਲ ਸੀ, ਭਜਨ ਸੀ, ਸ਼ਿੰਦਰ ਸੀ, ਮੇਰੀਆਂ ਭੈਣਾਂ ਇੱਥੋਂ ਸੀ, ਗੋਲਡਨ ਸਾਹਿਬ ਸੀ। ਇਹ ਸਾਨੂੰ ਹੱਲਾਸ਼ੇਰੀ ਇਹੋ ਹੀ ਦਿੰਦੇ ਰਹੇ ਵੀ ਤੁਸੀਂ ਡਟੇ ਰਹੋ, ਤੁਸੀਂ ਪਿੱਛੇ ਦਾ ਫਿਕਰ ਨਾ ਕਰੋ। ਇਸ ਕਰਕੇ ਮੈਂ ਦੁਬਾਰੇ ਫੇਰ ਛੱਪੜੀ ਵਾਲੇ ਪਿੰਡ ਦਾ ਇੱਕ ਬੱਚੇ ਦਾ ਬਹੁਤ ঋਣੀ ਹੈ। ਇਸ ਅਮਰੀਕਾ ਨੇ ਜਿੰਨਾ ਹੌਸਲਾ ਦਿੱਤਾ, ਸੰਯੁਕਤ ਮੋਰਚੇ ਨੂੰ ਦਿੰਦਾ। ਦੂਸਰੀ ਗੱਲ, ਜਦੋਂ ਉੱਥੇ ਆ ਗਈ, ਸਭ ਤੋਂ ਪਹਿਲਾਂ ਮੈਂ ਉਹ ਸ਼ਹੀਦਾਂ ਨੂੰ ਨਮਸਕਾਰ ਕਰਦਾ ਜਿਹੜੇ 700 ਤੋਂ ਉੱਤੇ ਸ਼ਹੀਦ ਹੋ ਗਏ ਆ ਇਸ ਨੂੰ ਤੋੜਨ ਵਾਸਤੇ। 75 ਉਹਨਾਂ 'ਚੋਂ ਸਾਡੇ ਹਰਿਆਣੇ ਦੇ ਭਰਾ ਸੀ। ਦੂਜੇ ਅਸੀਂ ਜਿਵੇਂ ਅੱਜ ਇੱਥੇ ਅਰਦਾਸ ਕਰਕੇ ਇੱਥੇ ਆਏ ਹਾਂ, ਇਸੇ ਤਰ੍ਹਾਂ ਤਖਤ ਤਲਵੰਡੀ ਸਾਬੋ ਅਸੀਂ ਅਰਦਾਸ ਕਰਕੇ ਉਸ ਪ੍ਰਮਾਤਮਾ ਦੀ ਓਟ ਲੈ ਕੇ ਦਿੱਲੀ ਨੂੰ ਗਏ ਸੀ, ਤੇ ਨੌਜਵਾਨ ਭਜਨ ਵਰਗੇ ਸਾਡੇ ਨਾਲ ਸੀ, ਮੇਰੀ ਭੈਣ ਸੁਮਿਤਰਾ, ਸੁਰਿੰਦਰ। ਜਦੋਂ ਅਸੀਂ ਤੁਰੇ ਸੀ, ਰਾਹ ਦੇ ਵਿੱਚ ਬੜਾ ਪਹਾੜ ਸੀ, ਪਰ ਹਰਿਆਣੇ ਭਾਈਚਾਰੇ ਨੇ ਸਾਨੂੰ ਇੰਨਾ ਸਹਿਯੋਗ ਦਿੱਤਾ, ਸਾਨੂੰ ਉਹ ਪਹਾੜ ਨਹੀਂ ਲੱਗਿਆ, ਸਾਨੂੰ ਤਾਂ ਐਂ ਲੱਗਿਆ ਵੀ ਗੈਸ ਹੋ ਗਏ ਆ। ਰਾਹ ਦੇ ਵਿੱਚ ਭੂਰੀ ਵਾਲੇ ਸੰਤਾਂ ਦੇ ਲੰਗਰ ਸੀ। ਅੱਜ ਉਹ ਸੀਨ ਮੇਰੇ ਕੋਲੇ ਜੇ ਹੋਵਾਂ ਤਾਂ ਮੈਂ 2-2 ਘੰਟੇ ਉਹਦੇ ਤੇ 4-4 ਘੰਟੇ ਉਹ ਸੀਨ ਮੇਰੇ ਯਾਦ ਹੈ। ਕਿਵੇਂ ਮੀਂਹ ਪੈਂਦੇ 'ਚ ਗਏ ਸੀ, ਕਿਵੇਂ ਸਾਡੇ ਭੂਰੀ ਵਾਲੇ ਸੰਤ, ਜਿੱਥੇ ਆਖੋ ਰੋਟੀ ਆ ਗਈ, ਪ੍ਰਸ਼ਾਦ ਆ ਗਏ। ਰਾਹ ਦੇ ਵਿੱਚ ਸਭ ਤੋਂ ਪਹਿਲਾ ਸ਼ਹੀਦ ਧੰਨਾ ਸਿੰਘ ਮਾਨਸੇ ਦਾ ਮੇਰੇ ਸਾਹਮਣੇ ਵਾਪਰਿਆ। ਅੱਜ ਜਦੋਂ ਅਸੀਂ ਤੁਰੇ ਸੀ ਤੇ ਆਸਾ ਬੁੱਟਰ ਦੇ 2 ਸ਼ਹੀਦ ਹੋਏ ਆ, ਸਾਡਾ ਉਹ ਵੀ ਦਿਲ ਪੁੱਛਿਆ ਜਾਣਦਾ ਵੀ ਇਹ ਸਾਡੇ ਕਿਵੇਂ ਆ। ਪਰ ਇਸ ਪੰਜਾਬੀ ਕੌਮ ਵਾਸਤੇ ਜਿਹੜਾ ਖੂਨ ਦਾ ਤੇ ਜ਼ਮੀਨ ਦਾ ਤੇ ਨਹੁੰ ਦਾ ਰਿਸ਼ਤਾ ਹੈ, ਪੰਜਾਬੀ ਜ਼ਮੀਨ ਨਹੀਂ ਛੱਡ ਸਕਦੇ, ਹੋਰ ਕਰ ਸਭ ਕੁਝ ਛੱਡ ਸਕਦੇ ਆ। ਉਹ ਜ਼ਮੀਨ ਨੂੰ ਹੋਣ ਦੀ ਬਚਾਉਣ ਵਾਸਤੇ ਸਮੁੱਚੇ ਭਾਈਚਾਰੇ ਨੇ, ਪੰਜਾਬੀ ਭਾਈਚਾਰੇ ਨੇ ਵਰਲਡ ਦੇ ਵਿੱਚ 93 ਦੇਸ਼ਾਂ ਨੇ ਫਿਟਲੈਂਡ ਪਾਈ ਮੋਦੀ ਨੂੰ, ਜਿੱਥੇ ਗਏ ਫਟਕਾਰ ਪਾਈ, UNO ਦੇ ਵਿੱਚ ਇਹਨੂੰ ਬਾਹਰ ਕੱਢਤਾ। ਜਿੱਥੇ ਗੋਧਰਾ ਕਾਂਡ ਦਾ ਸੀ, UNO ਦੇ ਵਿੱਚ ਗਿਆ, ਉਹਨਾਂ ਨੇ ਜਦੋਂ ਉਹ ਵੇਖਿਆ ਮੈਮੋਰੰਡਮ ਦਿੱਤਾ, 2/3 UNO ਦੇ ਮੈਂਬਰ ਬਾਹਰ ਹੋ ਗਏ ਸੀ। UP ਦੇ ਵਿੱਚ ਗਿਆ, ਲਖੀਮਪੁਰ ਖੀਰੀ ਦੇ ਵਿੱਚ ਸਾਡੇ 4 ਕਿਸਾਨ, ਇੱਕ ਪੱਤਰਕਾਰ ਤੁਹਾਡੇ ਵਰਗਾ ਭਾਈਚਾਰਾ ਜਿਹੜੀਆਂ ਸਾਡੀਆਂ ਖਬਰਾਂ ਪਹੁੰਚਾਉਂਦਾ ਸੀ, ਉਹਨਾਂ ਨੇ ਇਹਨੂੰ ਵੀ ਗੋਲੀ ਚੜਾਤਾ ਸੀਗਾ। ਸੋ ਇੰਨੇ ਜੱਦੋ ਜਹਿਦ ਦੇ ਵਿੱਚ ਅਸੀਂ ਇੱਕ ਅਣਖ ਤੇ ਇੱਕ ਗੈਰਤ ਵਾਸਤੇ, ਭਾਈਚਾਰੇ ਨੂੰ ਬਚਾਉਣ ਵਾਸਤੇ ਲੜਾਈ ਲੜੀ ਆ। ਤੇ ਨੌਜਵਾਨਾਂ ਨੂੰ ਇਹ ਸੁਨੇਹਾ ਦਿੰਦੇ ਆ ਵੀ ਜਿਹੜਾ ਅਸੀਂ ਪੂਰਨਾ ਪਾਇਆ ਇਹ ਅਧੂਰਾ, ਪੂਰਾ ਨਹੀਂ। ਖੇਤੀ ਨੀਤੀ ਹੈ ਨਹੀਂ, ਵਿਦੇਸ਼ਾਂ 'ਚ ਬੱਚੇ ਜਾ ਰਹੇ ਆ। ਇਹ ਜਿਹੜੇ ਨੁਮਾਇੰਦੇ ਅਸੀਂ ਭੇਜਦੇ ਆ, 70 ਸਾਲ ਹੋ ਗਏ ਭੇਜੇ ਆ, ਇਹ ਆਪਦਾ ਟੈਕਸ ਵੀ ਨਹੀਂ ਭਰ ਸਕਦੇ। ਤਨਖਾਹਾਂ, ਮੈਂ ਕਈ ਵਾਰੀ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਵੀ ਟੈਕਸ ਕਿਹੜਾ ਹੁੰਦਾ। ਇੱਕ ਲਿਮਟ ਹੁੰਦੀ ਆ ਵੀ ਇਦੋਂ ਵੱਧ ਆਮਦਨ ਹੋ ਗਈ ਉਹ ਟੈਕਸ ਤੁਸੀਂ ਪੇ ਕਰਨਾ ਹੈ। ਉਹਨਾਂ ਦਾ ਟੈਕਸ 90 MLA ਦਾ, ਤੁਹਾਡੇ ਜਿਹੜੇ ਗਰੀਬ ਦਿਹਾੜੀਆਂ ਕਰਦੇ, ਮਜ਼ਦੂਰੀ ਕਰਦੇ ਆ, ਉਹ ਟੈਕਸ ਭਰਦੇ ਇਹਨਾਂ ਦਾ। ਇਹਨਾਂ ਕੋਲੇ ਅੰਬਾਰ ਭੰਡਾਰ ਲੱਗਿਆ ਤੇ ਉਹ ਟੈਕਸ ਇਹ ਨਹੀਂ ਭਰਦੇ। ਸਾਡੀ ਨੌਜਵਾਨੀ ਮੈਨੇ ਖਾ ਲਈ ਤੇ ਸਾਡਾ ਸਰਮਾਇਆ ਵੀ ਖਾ ਲਿਆ। ਅੱਜ ਅਸੀਂ ਇੱਥੋਂ ਬੱਚੇ ਸਾਡੇ ਹਿਰਦੇ ਵਿਦੇਸ਼ਾਂ 'ਚ ਫਿਰਦੇ ਆ। ਇਹ
ਕਦੇ ਸਾਨੂੰ ਕਹਿੰਦੇ ਆ ਮੈਂ ਤੁਹਾਨੂੰ 50-50 ਹਜ਼ਾਰ ਦੇ ਦੂੰ, ਮੈਂ ਦੇ ਕਰੂੰ। ਇਹ 50 ਸਾਲ ਰਹੇ, ਉਦੋਂ ਕਿਉਂ ਨਹੀਂ ਦਿੱਤਾ? ਸਾਡੇ ਜਿਹੜੇ ਕਾਲਜ ਹੈ ਤੇ ਸਾਡੇ ਹਸਪਤਾਲ ਹੈ, ਸਾਡਾ MR ਕਾਲਜ ਹੈ, ਇੱਕ ਵੀ ਪ੍ਰੋਫੈਸਰ ਹੈ ਨਹੀਂ ਗਾ ਉੱਥੇ। ਜੇ ਹਸਪਤਾਲਾਂ ਤੋਂ ਸਾਡੇ ਖਾਲੀ ਪਿਆ, ਅਸੀਂ ਇਲਾਜ ਵੱਲੋਂ ਵੀ ਮਰਦੇ ਹਾਂ, ਅਸੀਂ ਪੜ੍ਹਾਈ ਵੱਲੋਂ ਵੀ ਪਿੱਛੇ ਹਾਂ। ਸੋ ਮੈਂ ਨੌਜਵਾਨਾਂ ਨੂੰ ਇਹ ਸੁਨੇਹਾ, ਮੇਰੇ ਨੌਜਵਾਨਾਂ ਨੂੰ ਇਹ ਸੁਨੇਹਾ ਵੀ ਤੁਹਾਡੇ ਵਾਸਤੇ ਲੜਾਈ ਅਧੂਰੀ ਹੈ। ਜਿੱਤਣੀ ਆਪਾਂ MSP ਅਜੇ ਜਿਹੜੀ ਰਹਿੰਦੀ ਹੈ ਉਹ ਅਜੇ ਪੂਰੀ ਨਹੀਂ ਹੋਏਗੀ ਮੰਗ, ਉਹਦੇ ਵਾਸਤੇ ਡਿਫਰ ਹੈ। ਸਟੇਟ ਗੌਰਮੈਂਟ ਦਾ ਵਿਸ਼ਾ ਹੈ ਵੀ ਸ਼ੂਗਰ ਫੈਡ ਹੈ, ਮਿਲਕ ਫੈਡ ਹੈ। ਸਾਡੇ ਕੋਲੇ ਇੰਨਾ ਦੁੱਧ ਪੈਦਾ ਕਰਦੇ ਅੱਗੇ ਮੇਰੇ ਵੀਰ ਬੈਠੇ ਆ, ਮੇਰੇ ਉਹ ਕਰਦੇ ਸੀ ਮਈ ਜੂਨ ਦੇ ਵਿੱਚ ਬਰਫੀ ਨਹੀਂ ਬਣਾਉਂਦੇ ਸੀ, ਪਨੀਰ ਨਹੀਂ ਬਣਾਉ। ਹੁਣ ਆਰਡਰ ਦਿਓ, ਹੱਥ ਨੂੰ 2 ਕੁਇੰਟਲ ਚਾਹੀਦਾ ਪਨੀਰ, 2 ਕੁਇੰਟਲ ਬਰਫੀ ਚਾਹੀਦੀ ਆ, ਡੁਪਲੀਕੇਟ ਦੁੱਧ ਭਰਦਾ ਜਿਹੜੇ ਸਾਡਾ ਕੈਂਸਰ ਦਾ ਬਣਦਾ। ਸੋ ਅਜੇ ਅਧੂਰੀ ਹੈ ਲੜਾਈ, ਉਹਨੂੰ ਤਿਆਰ ਹੋ ਕੇ ਅਸੀਂ ਫਿਰ ਲੜਾਂਗੇ। ਧੰਨਵਾਦ। ਇਸ ਅਧੂਰੀ ਲੜਾਈ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ। ਸਾਥੀ ਰੇਸ਼ਮ ਸਿੰਘ ਮਿੱਡਾ ਜੀ ਨੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਨੇ, ਲੰਮਾ ਸੰਘਰਸ਼ ਜਿਹੜਾ ਹੈ ਕਿਸਾਨੀ ਵਿੱਚ ਲੜਿਆ, ਮਜ਼ਦੂਰ ਜਮਾਤ ਲਈ ਲੜਿਆ ਔਰ ਖਾਸ ਤੌਰ ਤੇ ਮੁਲਾਜ਼ਮਾਂ ਨਹੀਂ ਲੜਿਆ। ਇਸ ਸੰਘਰਸ਼ ਕਿਸਾਨੀ ਅੰਦੋਲਨ ਨੇ ਇੱਕ ਨਵਾਂ ਸਪਿਰਟ ਦਿੱਤਾ, ਇੱਕ ਨਵੀਂ ਰੂਹ ਆਤਮਾ ਦਿੱਤੀ। ਕਿਵੇਂ ਦੇਖਦੇ ਹੋ? ਦੇਖੋ ਜੀ, ਮੈਂ ਰੇਸ਼ਮ ਸਿੰਘ ਮਿੱਡਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਸੂਬੇ ਦਾ ਮੀਤ ਪ੍ਰਧਾਨ ਆ। ਉਂਝ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵਿੱਚ ਰਹਿ ਕੇ ਇਕੱਲਿਆਂ ਕਾਫੀ ਘੋਲ ਲੜੇ ਆ, ਸਾਂਝੇ ਕਾਫੀ ਘੋਲ ਵੀ ਲੜੇ ਆ। ਪਰ ਜਿਹੜਾ ਘੋਲ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਤੋਂ ਸ਼ੁਰੂ ਕਰਕੇ ਹਰਿਆਣੇ ਦੇ ਬਾਰਡਰਾਂ ਨੂੰ ਤੋੜਦੇ ਹੋਏ ਸਿੰਘੂ ਬਾਰਡਰ, ਟਿਕਰੀ ਬਾਰਡਰ ਜਾਂ ਗਾਜ਼ੀਆਬਾਦ ਬਾਰਡਰ ਜਾਂ ਹੋਰ ਜਿੰਨੇ ਵੀ ਬਾਰਡਰਾਂ ਤੇ ਬੈਠ ਕੇ 1 ਸਾਲ ਤੇ ਕੁਝ ਦਿਨ ਜਿਹੜਾ ਸੰਘਰਸ਼ ਲੜਿਆ ਹੈ, ਇਹ ਸੰਯੁਕਤ ਕਿਸਾਨ ਮੋਰਚੇ ਤੇ ਪੰਜਾਬ ਦੇ ਜਿਹੜੇ ਲੋਕ ਨੇ, ਕਿਰਤੀ ਲੋਕ ਨੇ, ਪੰਜਾਬ ਦੇ ਜਿਹੜੇ ਇਨਕਲਾਬੀ ਲੋਕ ਨੇ, ਇਹ ਸਾਰਾ ਜਿਹੜਾ ਸਿਹਰਾ ਹੈ ਪੰਜਾਬੀ ਲੋਕਾਂ ਤੇ ਜਾਂਦਾ ਹੈ। ਕਿਉਂਕਿ ਪੰਜਾਬ ਦਾ ਜਿਹੜਾ ਇਤਿਹਾਸ ਹੈ ਬਹੁਤ ਹੀ ਵਧੀਆ ਤੇ ਸ਼ਹੀਦ ਹੋਣ ਵਾਲਿਆਂ ਦਾ ਇਤਿਹਾਸ ਹੈ। ਕਿਉਂਕਿ ਇੱਥੇ ਹੀ ਸਾਡੇ ਪੰਜਾਬ ਦੇ ਵਿੱਚ ਗੁਰੂਆਂ ਨੇ ਜਨਮ ਲਿਆ, ਇੱਥੇ ਹੀ ਸਾਡੇ ਪੰਜਾਬ ਦੇ ਵਿੱਚ ਸਾਡੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ ਜਾਂ ਹੋਰ ਜਿੰਨੇ ਵੀ ਇਨਕਲਾਬੀ ਲੋਕ ਹੋਏ ਨੇ ਉਹ ਸਾਡੇ ਪੰਜਾਬ ਦੇ ਵਿੱਚ ਪੈਦਾ ਹੋਏ ਨੇ। ਜਿਹੜਾ ਇਹ ਸੰਘਰਸ਼ ਹੈ ਭਾਵੇਂ ਕਾਫੀ ਲੰਮਾ ਸਮਾਂ ਚੱਲਿਆ। ਜਦੋਂ ਮੋਦੀ ਅਸੀਂ ਬਾਰਡਰ ਤੋਂ ਪਿੰਡਾਂ ਨੂੰ ਵਾਪਸ ਆਉਂਦੇ ਸੀ ਤਾਂ ਲੋਕ ਇਹ ਗੱਲ ਪੁੱਛਦੇ ਸੀ ਵੀ ਹੁਣ ਮੋਦੀ ਕਿੱਥੇ ਖੜਿਆ, ਮੋਦੀ ਮੰਨੂ, ਜਾਂ ਅਸੀਂ ਪਿੰਡਾਂ ਦੇ ਲੋਕ ਕਹਿੰਦੇ ਸੀ ਵੀ ਮੋਦੀ ਨੇ ਮੰਨਣਾ ਨਹੀਂ। ਪਰ ਅਸੀਂ ਉਹਨਾਂ ਨੂੰ ਇਹੀ ਗੱਲ ਕਹਿੰਦੇ ਸੀ ਵੀ ਮੋਦੀ ਨੂੰ ਤਾਂ ਅਸੀਂ ਗੋਡੇ ਪਰ ਨਹੀਂ ਕਰ ਰਿਹਾ, ਸਿਰਫ ਐਲਾਨ ਕਰਨ ਦੀ ਲੋੜ ਹੈ। ਤਾਂ ਉਹ 19 ਨਵੰਬਰ ਨੂੰ ਜਦੋਂ ਸਾਡੇ ਮਹਾਨ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ ਤਾਂ ਉਹਨੂੰ ਜਿਹੜਾ ਇਹਦਾ ਐਲਾਨ ਕਰਨਾ ਪਿਆ। ਕਿਉਂਕਿ ਸਾਡੇ ਮਹਾਨ ਗੁਰੂ ਬਾਬੇ ਨਾਨਕ ਨੇ ਸ਼ਾਂਤਮਈ ਢੰਗ ਦੇ ਨਾਲ ਘੋਲ ਲੜਿਆ। ਉਹ ਬਾਬਰ ਦੇ ਖਿਲਾਫ ਬੋਲਿਆ, ਚਾਹੇ ਬਾਬਰ ਦੇ ਖਿਲਾਫ ਬੋਲਣ ਦੇ ਖਿਲਾਫ ਉਹਨੂੰ ਜੇਲ੍ਹ ਵਿੱਚ ਕਿਉਂ ਨਾ ਜਾਣਾ ਪਿਆ, ਚੱਕੀਆਂ ਕਿਉਂ ਪਿਸਣੀਆਂ ਪਈਆਂ। ਸਾਡੇ ਸੰਯੁਕਤ ਕਿਸਾਨ ਮੋਰਚੇ ਨੇ ਬਾਬੇ ਨਾਨਕ ਤੋਂ ਸਿੱਖਿਆ ਲੈ ਕੇ ਇਹ ਜਿਹੜਾ ਘੋਲ 1 ਸਾਲ ਤੇ ਕੁਝ ਮਹੀਨੇ ਲੜਿਆ, ਉਹ ਬਾਬੇ ਨਾਨਕ ਦੀ ਹੀ ਜਿਹੜੀ ਕਿ ਸੋਚ ਸੀ, ਬਾਬੇ ਨਾਨਕ ਦੀ ਜਿਹੜੀ ਪਰੰਪਰਾ ਸੀ ਉਹ ਮਤਲਬ ਲਾਗੂ ਹੋਈ ਹੈ ਤੇ ਉਹ ਘੋਲ ਜਿਹੜਾ ਅਸੀਂ ਜਿੱਤ ਕੇ ਵਾਪਸ ਆਏ ਹਾਂ। ਸਾਡੇ ਪੂਰਵਜ ਚਾਹੇ ਉਹ ਗੁਰੂ ਸਨ, ਚਾਹੇ ਉਹ ਗਦਰੀ ਬਾਬੇ ਸੀ, ਚਾਹੇ ਦੇਸ਼ ਭਗਤ ਸੀ, ਉਹਨਾਂ ਦੇ ਪੂਰਨਿਆਂ ਤੇ ਚੱਲਦਿਆਂ ਜਿਹੜਾ ਇਹ ਸੰਘਰਸ਼ ਜਿੱਤਿਆ ਗਿਆ ਹੈ। ਕਾਮਟ ਆਲਾ ਸਿੰਘ ਪੰਜਾਬ ਕਿਸਾਨ ਸਭਾ ਦਾ ਜਿਨ੍ਹਾਂ ਨੇ ਝੰਡਾ ਬੁਲੰਦ ਕੀਤਾ, ਉਹਨਾਂ ਦੇ ਬੇਟੇ ਕਾਮਟ ਸੁਰਿੰਦਰ ਢੰਡੀਆਂ ਜਿਨ੍ਹਾਂ ਨੇ ਕਿ ਉਸ ਝੰਡੇ ਨੂੰ ਅੱਗੇ ਤੋਰਦਿਆਂ ਵਿਦ ਫੈਮਿਲੀ ਪੂਰਾ ਪਰਿਵਾਰ ਜਿਹੜਾ ਹੈ ਉਹ ਟਿਕਰੀ ਬਾਰਡਰ ਤੇ ਬੈਠਾ ਰਿਹਾ ਔਰ ਪਰਿਵਾਰ ਨੂੰ ਪੂਰੇ ਨੂੰ ਛੱਡ ਕੇ, ਘਰ ਨੂੰ ਛੱਡ ਕੇ ਚਲਾ ਜਾਣਾ ਔਰ ਪਿੱਛੇ ਸਾਂਭ ਸੰਭਾਲ ਦਾ ਜਿਹੜਾ ਪੂਰਾ ਪ੍ਰਬੰਧ ਕਰਨਾ, ਇਹ ਕਿਸ ਤਰ੍ਹਾਂ ਲੱਗਿਆ ਕਿ ਜ਼ਿੰਦਗੀ ਦੇ ਵਿੱਚ ਪਹਿਲਾਂ ਵੀ ਤੁਸੀਂ ਕੋਲ ਕੀਤੇ ਨੇ ਪਰ ਹੁਣ ਪਰਿਵਾਰ ਨੂੰ ਛੱਡ ਕੇ, ਘਰ ਛੱਡ ਕੇ ਲਗਾਤਾਰ 1 ਸਾਲ ਬੈਠਣਾ, ਇਹ ਕਿਵੇਂ ਮਹਿਸੂਸ ਹੁੰਦਾ ਹੈ? ਪਹਿਲਾਂ ਤਾਂ ਧੰਨਵਾਦ ਠੇਠ ਪੰਜਾਬੀ ਦੇ ਜਿਨ੍ਹਾਂ ਨੇ ਇਸ ਮਾਧਿਅਮ ਦੇ ਰਾਹੀਂ ਇਸ ਘੋਲ ਨੂੰ ਪੂਰੀ ਦੁਨੀਆ ਵਿੱਚ ਪਹੁੰਚਾਇਆ। ਦੂਸਰਾ ਧੰਨਵਾਦੀ ਅਸੀਂ ਪਿੰਡ ਚੱਕ ਛਪੜੀ ਵਾਲਾ ਦਾ, ਜਿਹੜਾ ਇਤਿਹਾਸਕ ਪਿੰਡ ਹੈ। ਆਜ਼ਾਦੀ ਤੋਂ ਬਾਅਦ ਇਸ ਪਿੰਡ ਨੇ ਬੜੀਆਂ ਲੜਾਈਆਂ ਲੈ ਕੇ ਤੇ ਲੋਕਾਂ ਨੂੰ ਜ਼ਮੀਨਾਂ ਦਵਾਈਆਂ। ਉਸੇ ਤਹਿਤ ਜਿਹੜੀ ਜਥੇਬੰਦੀ 'ਚ ਮੈਂ ਕੰਮ ਕਰਦਾ, ਆਜ਼ਾਦੀ ਤੋਂ ਬਾਅਦ ਇਸ ਜਥੇਬੰਦੀ ਨੇ ਬੜੇ ਜ਼ਮੀਨੀ ਘੋਲ ਘੋਲੇ ਔਰ ਜਿੱਤੇ ਔਰ ਸਾਡੇ ਬਜ਼ੁਰਗਾਂ ਨੇ, ਜਿਹਦੇ ਵਿੱਚ ਖਾਸ ਕਰਕੇ ਪਿੰਡ ਛਪੜੀਵਾਲ ਦੇ ਕਾਫੀ ਕਾਮਰੇਡ ਸਾਂਝਾ ਰਾਮ ਹੰਸਰਾਜ ਗੋਲਡਨ ਦੇ ਡੈਡੀ, ਸਰਪੰਚ, ਹੋਰ ਕਈ ਸਾਥੀ ਜਿਹੜੇ ਇੱਥੋਂ ਦੇ ਇਸ ਪਿੰਡ ਦੇ ਵਿੱਚ ਜੁੜੀਆਂ ਹੋਈਆਂ ਸ਼ਖਸੀਅਤਾਂ, ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਉਸ ਟਾਈਮ ਜਿਹੜੀ ਕਿਸਾਨ ਸਭਾ ਦੇ ਵਿੱਚ ਕੰਮ ਕੀਤਾ, ਜਿਹਦਾ ਮੈਂ ਜ਼ਿਲ੍ਹੇ ਦਾ ਪ੍ਰਧਾਨ ਹਾਂ। ਇਸ ਜ਼ਮੀਨ ਜਿਹੜੀ ਲੋਕਾਂ ਨੂੰ ਦਵਾਈ ਹੋਈ ਸੀ, ਜਦੋਂ ਉਹਦੇ 'ਤੇ ਫਿਰ ਡਾਕਾ ਪੈਣ ਲੱਗਿਆ ਤੇ ਫਿਰ ਸਾਨੂੰ ਜਿਹੜਾ ਤੁਸੀਂ ਸਾਡੇ 'ਤੇ ਸਵਾਲ ਕੀਤਾ ਹੈ ਕਿ ਜਦੋਂ ਇਹ ਅੰਦੋਲਨ ਲੜਨ ਵਾਸਤੇ ਘਰ-ਬਾਰ ਛੱਡਿਆ, ਉਹ ਕਿੱਦਾਂ ਦਾ ਮਹਿਸੂਸ ਕੀਤਾ। ਸੋ ਇਸ ਵਾਸਤੇ ਅਸੀਂ ਪ੍ਰੇਰਨਾ ਸਰੋਤ ਹੈ ਗੁਰੂਆਂ ਦੇ, ਜਿਨ੍ਹਾਂ ਨੇ ਰਾਜਿਆਂ ਦੇ ਖਿਲਾਫ ਲੜਾਈ ਲੜੀ, ਮਨੁੱਖਤਾ ਦੀ ਲੜਾਈ ਲੜੀ। ਦੇਸ਼ ਭਗਤਾਂ ਨੇ
ਅੰਗਰੇਜ਼ਾਂ ਦੇ ਖਿਲਾਫ ਲੜੀ। ਔਰ ਦੁੱਖ ਇਸ ਗੱਲ ਦਾ ਹੈ ਕਿ ਸਾਨੂੰ ਲੋਕਤੰਤਰ ਢੰਗ ਦੇ ਨਾਲ ਅਸੀਂ ਜਿਹੜਾ ਪ੍ਰਧਾਨ ਮੰਤਰੀ ਬਣਾਇਆ, ਸਾਨੂੰ ਉਹਦੇ ਖਿਲਾਫ ਲੜਾਈ ਲੜਨੀ ਪਈ ਹੋਵੇ। ਔਰ ਇਸ ਲੜਾਈ ਦੇ ਵਿੱਚ ਜਿਹੜੇ 7 ਤੋਂ ਵੱਧ ਜਿਹੜੇ ਸਾਡੇ ਇਸ ਅੰਦੋਲਨ ਲੜਦਿਆਂ ਕਿਸਾਨ ਮਜ਼ਦੂਰ ਸ਼ਹੀਦ ਹੋਏ ਨੇ, ਅਸੀਂ ਉਹਨਾਂ ਨੂੰ ਵੀ ਆਪਦੀ ਜਥੇਬੰਦੀ ਵੱਲੋਂ ਸਿਰ ਝੁਕਾਉਂਦੇ ਹਾਂ। ਔਰ ਖਾਸ ਕਰਕੇ ਜਿਹੜਾ ਆਜ਼ਾਦੀ ਤੋਂ ਬਾਅਦ ਇਹ ਅੰਦੋਲਨ ਅਸੀਂ ਲੜਿਆ ਔਰ 1 ਸਾਲ ਦਾ ਵੱਧ ਸਮਾਂ ਲਾ ਕੇ ਜਿਹੜਾ ਅਸੀਂ ਉਹ ਜਿੱਤੇ ਹੈ, ਉਹ ਇਤਿਹਾਸ ਦੇ ਵਿੱਚ ਸਿਰਜ ਗਿਆ। ਔਰ ਅਸੀਂ ਇਤਿਹਾਸ ਪਹਿਲਾਂ ਪੜ੍ਹਦੇ ਸੀ, ਹੁਣ ਅਸੀਂ ਇਤਿਹਾਸ ਆਪ ਲਿਖਿਆ। ਸੋ ਇਹ ਇਤਿਹਾਸ ਜਿਹੜਾ ਲਿਖਿਆ ਹੈ ਇਹ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਇਹਨੇ ਇੱਕ ਨੀਂਹ ਰੱਖੀ ਹੈ ਜਿਹੜਾ ਸਾਡਾ ਦੇਸ਼ ਵਿਕ ਚੁੱਕਿਆ ਸੀ, ਜਿਹੜਾ ਸਾਰਾ ਕੁਝ ਕਾਰਪੋਰੇਟ ਘਰਾਣੇ ਜਾਂ ਜਿਹੜਾ ਮੋਦੀ ਜਿਹੜਾ ਲਾਣਾ ਸੀ, ਜਿਹੜੇ ਪੂੰਜੀਪਤੀਆਂ ਦੀ ਗੱਲ ਕਰ ਰਿਹਾ ਸੀ, ਇਸ ਜਿਹੜਾ ਅਸੀਂ ਨੀਂਹ ਰੱਖੀ ਹੈ ਇਹ ਬਿਲਕੁਲ ਬੜੀਆਂ ਪੈੜਾਂ ਤੈਅ ਕਰੇਗਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਹਿਲਾਂ ਅਸੀਂ ਜਿਹੜੀ ਜਥੇਬੰਦੀ ਦੇ ਵਿੱਚ ਕੰਮ ਕਰਦੇ ਸੀ, ਲੋਕਾਂ ਨੂੰ ਜ਼ਮੀਨਾਂ ਦਵਾਈਆਂ ਨੇ, ਉਸੇ ਤਰ੍ਹਾਂ ਹੀ ਅਸੀਂ ਲੋਕਾਂ ਨੂੰ ਲਾਮਬੰਦ ਕਰਕੇ ਪਿੰਡ ਪਿੰਡ ਜਾ ਕੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਔਰ ਇਹ ਜਿਹੜੀ ਰਹਿੰਦੀ ਸਾਡੀ ਜੰਗ ਹੈ ਉਹ ਅਸੀਂ ਪੂਰਾ ਇਹਨੂੰ ਜਿੱਤਣ ਤੱਕ ਅਸੀਂ ਬਿਲਕੁਲ ਘਰੇ ਟਿਕ ਕੇ ਨਹੀਂ ਬੈਠਾਂਗੇ। ਇਸ ਜਿਹੜੇ ਇਤਿਹਾਸ ਦੇ ਵਿੱਚ ਔਰਤਾਂ ਦੇ ਕਾਇਮ ਯੋਗਦਾਨ ਹੈ। ਸਾਡੇ ਨਾਲ ਭੈਣ ਸਮਿੱਤਰਾ ਜਿਹੜੇ ਕਿ ਲਗਾਤਾਰ ਨਾਲ ਰਹੇ ਨੇ, ਕਾਮਰੇਡ ਸੁਰਿੰਦਰ ਟੰਡੀਆਂ ਦੇ ਵਾਈਫ ਨੇ, ਭੈਣ ਗੁਰਮੀਤ ਕੌਰ ਵੀ ਨਾਲ ਰਹੇ ਨੇ। ਮੈਂ ਭੈਣ ਸਮਿੱਤਰਾ ਨਾਲ ਗੱਲ ਕਰਨਾ ਚਾਹਾਂਗਾ ਕਿ ਕੀ ਲੱਗਦਾ ਹੈ ਕਿ ਤੁਸੀਂ ਵਿਦ ਫੈਮਿਲੀ ਪੂਰਾ ਪਰਿਵਾਰ ਜਿਹੜਾ ਉੱਥੇ ਰਹੇ ਔਰ ਕਿਵੇਂ ਮਹਿਸੂਸ ਕਰਦੇ ਹੋ ਕਿ ਪਹਿਲਾਂ ਇਹ ਵੀ ਪਤਾ ਹੈ ਕਿ ਆਪਣੇ ਕੁਛੜ ਉਮਰ ਦੇ ਵਿੱਚ ਹੁੰਦਿਆਂ ਜੇਲ੍ਹ ਦੇ ਵਿੱਚ ਵੀ ਤੁਸੀਂ ਮਾਤਾ ਦੇ ਨਾਲ ਗਏ ਔਰ ਅੱਜ ਇਹ ਸੰਘਰਸ਼ ਲੜਿਆ ਹੈ, ਤੇ ਇਸ ਸੰਘਰਸ਼ ਦੇ ਵਿੱਚ ਕੀ ਮਹਿਸੂਸ ਕਰਦੇ ਹੋ? ਮਹਿਸੂਸ ਇਹ ਕਿ ਜਦੋਂ ਦੇਖਿਆ ਕਿ ਕਿਹੜੇ ਕਾਲੇ ਕਾਨੂੰਨ ਉਹ ਪੂਰਾ ਇੱਕ ਤਲਵਾਰ ਦੀ ਤਰ੍ਹਾਂ ਸਾਡੀ ਮੌਤ ਸੀ, ਤੇ ਸਾਨੂੰ ਇਹ ਸਮਝਿਆ ਕਿ ਕਿਹੜੀਆਂ ਔਰਤਾਂ ਅਸੀਂ ਧੀਆਂ ਭੈਣਾਂ ਜਦ ਤੱਕ ਆਪਣੇ ਪਰਿਵਾਰਾਂ ਦੇ ਵਿੱਚ ਨਾ ਸ਼ਾਮਲ ਹੋਵਾਂਗੀਆਂ ਤੇ ਇਹ ਕਿਹੜਾ ਸੰਘਰਸ਼ ਹੈ ਅਧੂਰਾ ਰਹੇਗਾ। ਇਸ ਕਰਕੇ ਇਸ ਸੰਘਰਸ਼ ਨੂੰ ਅਸੀਂ ਪੂਰਾ ਕਰਨ ਵਾਸਤੇ ਤੇ ਨਾਲ ਲੜਾਈ ਲੜੀਏ। ਬੜੀ ਖੁਸ਼ੀ ਹੋਈ ਹੈ ਜਦੋਂ ਇੱਕ ਪਾਸੇ ਮੋਦੀ ਕਹਿੰਦਾ ਸੀ ਮੈਂ ਤਪੱਸਿਆ ਕੀਤੀ ਹੈ, ਉਹਨੂੰ ਅਸੀਂ ਦੱਸ ਦੇਣਾ ਚਾਹੁੰਦੇ ਕਿ ਤਪੱਸਿਆ ਤੂੰ ਨਹੀਂ, ਤਪੱਸਿਆ ਆਹ ਕਿਹੜੇ ਸਾਡੇ ਬਜ਼ੁਰਗ ਤੇ ਨੌਜਵਾਨ ਤੇ ਬੱਚੇ ਅਸੀਂ ਕਰਦੇ ਰਹੇ ਹਾਂ ਤਾਂ ਕਰਕੇ ਆਏ ਹਾਂ। ਕਿਹੜੀ ਸਾਡੇ ਤੇ ਫੁੱਲਾਂ ਦੀ ਬਰਸਾਤ ਤੇ ਫੁੱਲ ਪਏ ਰਹੇ ਨੇ ਸਾਡੇ ਗਲਾਂ 'ਚ, ਤੇ ਇਹ ਤਪੱਸਿਆ ਅਸੀਂ ਕਰਕੇ ਆਏ ਹਾਂ। ਤੇ ਸਾਨੂੰ ਖੁਸ਼ੀ ਹੈ ਵੀ ਅਸੀਂ ਆਦੀ ਲੜਾਈ ਲੜ ਕੇ ਜਿੱਤ ਪ੍ਰਾਪਤ ਕੀਤੀ ਹੈ। ਤੇ ਸਾਡੇ ਨਾਲ ਆਗੂ ਹੋਰ ਮੌਜੂਦ ਨੇ, ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਉਹਨਾਂ ਦੇ ਇਸ ਸੰਬੰਧੀ ਕੀ ਕਹਿਣਾ। ਮੈਂ ਰਮੇਸ਼ ਵਡੇਰਾ, ਸੀਨੀਅਰ ਮੀਤ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ। ਸਭ ਤੋਂ ਪਹਿਲੇ ਠੇਠ ਪੰਜਾਬੀ ਤੇ ਛਪੜੀ ਵਾਲਾ ਪਿੰਡ ਵਾਸੀਆਂ ਦਾ ਧੰਨਵਾਦ, ਜਿਹੜਾ ਕਿ ਇੱਕ ਇਨਕਲਾਬੀ ਪਿੰਡ ਹੈ। ਜਿਵੇਂ ਸਾਡੇ ਬਜ਼ੁਰਗ ਆਗੂ ਚੌਧਰੀ ਸਾਂਝਾ ਰਾਮ ਜੀ, ਹੰਸਰਾਜ ਗੋਲਡਨ, ਹੋਰ ਸਾਰਾ ਹੀ ਪਿੰਡ ਜਿਨ੍ਹਾਂ ਦੀ ਬਦੌਲਤ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਲੜਾਈਆਂ ਲੜੀਆਂ ਗਈਆਂ। ਇਸ ਅੰਦੋਲਨ ਦੀ ਜੇ ਗੱਲ ਕਰੀਏ ਤਾਂ 1906 ਤੋਂ ਬਾਅਦ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਚਾਚਾ ਜੀ ਨੇ ਪਗੜੀ ਸਮਾਜ ਜੱਟਾਂ ਦਾ ਨਾਅਰਾ ਦਿੱਤਾ ਸੀ, ਤੇ ਉਸ ਤੋਂ ਬਾਅਦ ਦੁਬਾਰਾ ਜਿਹੜਾ ਅੰਦੋਲਨ ਇਹ ਦਿੱਲੀ ਦੀਆਂ ਮੁਰੂਆਂ 'ਤੇ ਲੜਿਆ ਗਿਆ। ਤੇ ਮੈਂ ਤਾਂ ਸਿੰਘੂ ਬੋਰਡ 'ਤੇ ਲੰਮਾ ਸਮਾਂ ਰਹਿਣ ਕਰਕੇ ਮੈਨੂੰ ਉੱਥੇ ਬਹੁਤ ਮਹਿਸੂਸ ਹੁੰਦਾ ਹੈ ਤੇ ਕਈ ਵਾਰ ਮਨ ਭਾਵਕ ਹੋ ਜਾਂਦਾ ਹੈ ਕਿ ਜਿਹੜੀਆਂ ਸਾਡੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਉਹਨਾਂ ਦੇ ਪੈਰ ਧੋ ਕੇ ਉਹਨਾਂ ਨੂੰ ਪੀ ਲਈਏ, ਤੇ ਇਹਨਾਂ ਮਨ ਕਈ ਵਾਰੀ ਭਾਵਕ ਹੋ ਜਾਂਦਾ ਹੈ। ਇਸ ਤੋਂ ਜ਼ਿਆਦਾ ਹੋਰ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਇਹ ਸਾਨੂੰ ਕਿਸਾਨ ਆਗੂ ਔਰ ਇਹ ਹੈ ਉਹ ਚੱਕ ਛਪੜੀ ਵਾਲੇ ਦਾ ਪਿੰਡ, ਇਨਕਲਾਬੀ ਪਿੰਡ ਹੈ। ਔਰ ਜਦੋਂ ਵੀ ਘੋਲ ਇਨਕਲਾਬੀ ਲੜੇ ਗਏ ਨੇ, ਇੱਕ ਸ਼ੁਰੂਆਤ ਚੱਕ ਛਪੜੀ ਵਾਲੇ ਤੋਂ ਹੁੰਦੀ ਸੀ ਔਰ ਉਸ ਘੋਲ ਦਾ ਇੱਕ ਇਤਿਹਾਸ ਸਿਰਜਿਆ ਜਾਂਦਾ ਸੀ। ਉਸ ਇਤਿਹਾਸ ਦੇ ਵਿੱਚ ਚੱਕ ਛਪੜੀ ਵਾਲੇ ਪਿੰਡ ਦਾ ਨਾਮ ਹਮੇਸ਼ਾ ਨੰਬਰ 1 ਤੇ ਰਿਹਾ ਹੈ। ਔਰ ਅੱਜ ਫਿਰ ਜਦੋਂ ਕਿਸਾਨੀ ਅੰਦੋਲਨ ਜਿੱਤ ਕੇ ਕਿਸਾਨ ਆਗੂ ਆਏ ਨੇ ਔਰ ਜ਼ਿਲ੍ਹੇ ਦੇ ਵਿੱਚ ਇਹ ਸ਼ਾਇਦ ਪਹਿਲਾ ਹੀ ਪਿੰਡ ਹੋਏਗਾ ਇਨਕਲਾਬੀ ਪਿੰਡ ਚੱਕ ਛਪੜੀ ਵਾਲਾ, ਜਿਸ ਨੇ ਕਿ ਆਪਣੇ ਜ਼ਿਲ੍ਹੇ ਦੇ ਔਰ ਖਾਸ ਤੌਰ ਤੇ ਜਿਹੜੇ ਆਗੂ ਨੇ, ਇਹ ਜਾਗਦੇ ਮੱਥਿਆਂ ਵਾਲੇ ਜਿਹੜੇ ਦਿਮਾਗ ਨੇ, ਇਹਨਾਂ ਦਿਮਾਗਾਂ ਨੂੰ ਸਨਮਾਨਿਤ ਕਰਨ ਦੀ ਜਿਹੜੀ ਪਹਿਲ ਕਦਮੀ ਵੀ ਚੱਕ ਛਪੜੀ ਵਾਲਾ ਤੋਂ ਹੋਈ ਹੈ। ਔਰ ਉਮੀਦ ਕਰਾਂਗੇ ਕਿ ਭਵਿੱਖ ਦੇ ਵਿੱਚ ਇਹ ਜਿੱਤ ਪ੍ਰਾਪਤ ਕਰਨ ਵਾਲੇ ਆਗੂਆਂ ਤੋਂ ਸੇਧ ਲੈਂਦਿਆਂ ਘਰ ਘਰ ਤੱਕ ਇਹ ਜਿਹੜੀ ਜਿੱਤ ਦੀ ਜੋਤ ਜਗਾ ਕੇ ਭਵਿੱਖ ਦੇ ਵਿੱਚ ਜੇਕਰ ਇਹ ਕਾਨੂੰਨ ਰੱਦ ਕਰਾਉਣ ਦਾ ਇੱਕ ਜਿਹੜਾ ਜਿੱਤ ਪ੍ਰਾਪਤ ਕੀਤੀ ਹੈ, ਤੇ ਨਵੇਂ ਕਾਨੂੰਨ ਜਿਹੜੇ ਕਿ ਲੋਕਾਂ ਦੇ ਹੱਕ ਦੀ ਗੱਲ ਕਰਨ ਉਹਨਾਂ ਨੂੰ ਬਣਾਉਣ ਵਾਸਤੇ ਇਹ ਅੱਗੇ ਕੰਮ ਆਗੂ ਰਾਹ ਦਸੇਰਾ ਦੇ ਰੂਪ ਵਿੱਚ ਕਰਦੇ ਰਹਿਣਗੇ। ਠੇਠ ਪੰਜਾਬੀ ਟੀਵੀ ਲਈ ਪਰਮਜੀਤ ਢਾਬਾ, ਚੱਕ ਛਪੜੀ ਵਾਲਾ।